ਅੱਜ ਆਓ ਕਾਨਾ ਵਿੱਚ ਵਿਆਹ ਅਤੇ ਪਰਮੇਸ਼ਵਰ ਦੇ ਦੂਤ ਦਾ ਕੰਮ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਬਚਨ ਦਾ ਅਧਿਐਨ ਕਰੀਏ। ਜਗ੍ਹਾ ਜਿੱਥੇ ਯੀਸ਼ੂ ਨੇ ਪਹਿਲੀ ਵਾਰ ਚਮਤਕਾਰ ਕੀਤਾ ਉਹ ਕਾਨਾ ਵਿੱਚ ਇੱਕ ਵਿਆਹ ਵਿੱਚ ਸੀ। ਆਓ ਅਸੀਂ ਕਾਨਾ ਵਿੱਚ ਆਯੋਜਿਤ ਵਿਆਹ ਦੀ ਦਾਵਤ ਉੱਤੇ ਡੂੰਘਾਈ ਨਾਲ ਨਜ਼ਰ ਪਾਈਏ। ਇੱਕ ਪਲ ਆਇਆ ਜਦੋਂ ਵਿਆਹ ਦੀ ਦਾਵਤ ਵਿੱਚ ਮਹਿਮਾਨਾਂ ਲਈ ਦਾਖਰਸ ਖਤਮ ਹੋ ਗਿਆ। ਜਦੋਂ ਇਹ ਹੋਇਆ ਤਦ ਯੀਸ਼ੂ ਦੀ ਮਾਤਾ ਮਰੀਅਮ ਨੇ ਉਹਨਾਂ ਟਹਿਲੂਆਂ ਵੱਲ ਦੇਖਿਆ ਜੋ ਉੱਥੇ ਸੀ ਅਤੇ ਉਹਨਾਂ ਨੂੰ ਇਹ ਹੁਕਮ ਦਿੱਤਾ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ। ਤਦ ਯੀਸ਼ੂ ਨੇ ਇਹ ਕਹਿੰਦੇ ਹੋਏ ਹੁਕਮ ਦਿੱਤਾ, ਮੱਟਾਂ ਵਿੱਚ ਜਲ ਭਰੋ। ਯੀਸ਼ੂ ਨੇ ਜੋ ਕਿਹਾ ਉਸ ਦਾ ਪਾਲਨ ਕਰਦੇ ਹੋਏ ਟਹਿਲੂਆਂ ਨੇ ਜਲ ਲਿਆਉਣ ਦਾ ਕੰਮ ਕੀਤਾ। ਫਿਰ ਉਹਨਾਂ ਨੇ ਇਸ ਨੂੰ ਦਾਖਰਸ ਵਿੱਚ ਬਦਲ ਦਿੱਤਾ ਤਾਂ ਜੋ ਸਾਰੇ ਮਹਿਮਾਨ ਅੰਤ ਤੱਕ ਖੁਸ਼ੀ-ਖੁਸ਼ੀ ਨਾਲ ਵਿਆਹ ਦੀ ਦਾਵਤ ਦਾ ਆਨੰਦ ਲੈ ਸਕਣ। ਕਿਸੇ ਵੀ ਯੁੱਗ ਵਿੱਚ ਜੇਕਰ ਅਸੀਂ ਪਰਮੇਸ਼ਵਰ ਦੇ ਬਚਨ ਦਾ ਪਾਲਨ ਕਰਦੇ ਹਾਂ, ਭਾਵੇਂ ਉਹ ਇੱਕ ਮਾਮੂਲੀ ਕੰਮ ਵਾਂਗ ਲੱਗਦਾ ਹੈ, ਤਦ ਪਰਮੇਸ਼ਵਰ ਸਾਡੇ ਦੁਆਰਾ ਕੀਤੇ ਗਏ ਕੰਮ ਦੁਆਰਾ ਇੱਕ ਚਮਤਕਾਰੀ ਤਬਦੀਲੀ ਲਿਆਉਂਦੇ ਹਨ। ਅਜਿਹਾ ਲੱਗ ਸਕਦਾ ਹੈ ਕਿ ਅਸੀਂ ਆਪਣੀ ਯੋਗਤਾ ਅਤੇ ਸ਼ਕਤੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹਾਂ, ਪਰ ਸਾਡੀ ਆਗਿਆਕਾਰੀਤਾ ਦੁਆਰਾ ਪਰਮੇਸ਼ਵਰ ਆਤਮਿਕ ਸੰਸਾਰ ਵਿੱਚ ਬਦਲਾਵ ਕਰ ਰਹੇ ਹਨ, ਜਿਵੇਂ ਉਸਨੇ ਜਲ ਨੂੰ ਦਾਖਰਸ ਵਿੱਚ ਬਦਲ ਦਿੱਤਾ ਸੀ। ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਅਸੀਂ ਪਰਮੇਸ਼ਵਰ ਦੇ ਬਚਨ ਦੇ ਅਧਿਕਾਰ ਅਤੇ ਸ਼ਕਤੀ ਅਤੇ ਵੱਖ-ਵੱਖ ਚਮਤਕਾਰਾਂ ਦਾ ਅਨੁਭਵ ਕਰਦੇ ਹਾਂ ਜੋ ਪਰਮੇਸ਼ਵਰ ਕਰਦੇ ਹਨ। ਇਸ ਕਰਕੇ ਸਾਨੂੰ ਆਪਣੇ ਆਪ ਨੂੰ ਇਹ ਯਾਦ ਕਰਾਉਣ ਲਈ ਕੁਝ ਸਮਾਂ ਲੈਣਾ ਚਾਹੀਦਾ ਹੈ ਕਿ ਆਗਿਆਕਾਰੀਤਾ ਖੁਸ਼ਖਬਰੀ ਦਾ ਸਭ ਤੋਂ ਕਿਰਪਾਪੂਰਨ ਫਲ ਨੂੰ ਪੈਦਾ ਕਰਨ ਦਾ ਤਰੀਕਾ ਕਿਉਂ ਹੈ। ਆਓ ਯਹੋਨਾ ਅਧਿਆਇ 2 ਵਚਨ 1 ਨੂੰ ਦੇਖੀਏ। 30 ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ ਯੀਸ਼ੂ ਦੀ ਮਾਤਾ ਉੱਥੇ ਸੀ। ਯੀਸ਼ੂ ਔਰ ਉਹਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ। ਜਾਂ ਮਹਿ ਮੁੱਕ ਗਈ ਤਾਂ ਯੀਸ਼ੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਹਨਾਂ ਕੋਲ ਮਹਿ ਨਾ ਰਹੀ। ਯੀਸ਼ੂ ਨੇ ਉਹਨੂੰ ਆਖਿਆ, ਬੀਬੀ ਜੀ, ਤੈਨੂੰ ਕੀ, ਮੇਰਾ ਸਮਾਂ ਅਜੇ ਨਹੀਂ ਆਇਆ। ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ। ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਉੱਥੇ ਤਰੇ ਹੋਏ ਸਨ, ਜੋ ਹਰੇਕ ਵਿੱਚ 2 ਜਾਂ 3 ਮਣ ਜਲ ਪੈਂਦਾ ਸੀ। ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਸੋ ਉਹਨਾਂ ਨੇ ਮੱਟ ਨਕੋ ਨਕ ਭਰ ਦਿੱਤੇ। ਫਿਰ ਉਸਨੇ ਉਹਨਾਂ ਨੂੰ ਆਖਿਆ, ਹੁਣ ਕੱਢੋ ਅਤੇ ਸਭਾ ਦੇ ਪ੍ਰਧਾਨ ਕੋਲ ਲੈ ਜਾਓ। ਸੋ ਉਹ ਲੈ ਗਏ। ਜਾਂ ਸਭਾ ਦੇ ਪ੍ਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਚਖਿਆ ਔਰ ਨਾ ਜਾਤਾ ਜੋ ਇਹ ਕਿੱਥੋਂ ਹੈ। ਪਰ ਟਹਿਲੂਆਂ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ। ਸਭਾ ਦੇ ਪ੍ਰਧਾਨ ਨੇ ਲਾੜੇ ਨੂੰ ਸੱਦ ਕੇ ਉਹਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈਅ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ, ਪਰ ਤੈਂ ਅੱਛੀ ਮੈਅ ਹੁਣ ਤੀਕਰ ਰੱਖ ਛੱਡੀ ਹੈ। ਇਹ ਨਿਸ਼ਾਨਾਂ ਦਾ ਆਰੰਭ ਸੀ ਜਿਹੜਾ ਯੀਸ਼ੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣਾ ਤੇਜ ਪ੍ਰਗਟ ਕੀਤਾ ਔਰ ਉਹਦੇ ਚੇਲਿਆਂ ਨੇ ਉਸ ਉੱਤੇ ਨੇਚਾ ਕੀਤੀ। ਟਹਿਲੂਆਂ ਨੇ ਜਲ ਲਿਆਉਣ ਦਾ ਕੰਮ ਕੀਤਾ, ਪਰ ਜਿਵੇਂ ਹੀ ਪਰਮੇਸ਼ਵਰ ਦਾ ਚਮਤਕਾਰ ਅਤੇ ਸ਼ਕਤੀ ਉਹਨਾਂ ਉੱਤੇ ਆਈ, ਜਲ ਦਾਖਰਸ ਵਿੱਚ ਬਦਲ ਗਿਆ। ਕਿਉਂਕਿ ਪਰਮੇਸ਼ਵਰ ਨੇ ਕਿਹਾ, ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਪ੍ਰਚਾਰ ਕਰੋ, ਭਾਵੇਂ ਉਹ ਸੁਣਨ ਜਾਂ ਨਾ ਸੁਣਨ। ਇਸ ਲਈ ਅਸੀਂ ਇਹ ਕਹਿੰਦੇ ਹੋਏ ਪ੍ਰਚਾਰ ਕਰਦੇ ਹਾਂ, ਚਰਚ ਆਫ ਗੋਡ ਵਿੱਚ ਆਓ। ਚਰਚ ਆਫ ਗੋਡ ਇੱਕ ਮਹਾਨ ਚਰਚ ਹੈ। ਆਓ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰੀਏ ਅਤੇ ਇਕੱਠੇ ਸਵਰਗ ਦੇ ਰਾਜ ਵਿੱਚ ਜਾਈਏ। ਇੱਕ ਵਿਅਕਤੀ ਸੀ ਜੋ ਮਾਤਾ ਪਰਮੇਸ਼ਵਰ ਸ਼ਬਦ ਸੁਣ ਕੇ ਮੋਹਿਤ ਹੋ ਗਿਆ। ਉਹ ਸਾਰੀ ਰਾਤ ਇਸ ਬਾਰੇ ਸੋਚਣਾ ਬੰਦ ਨਹੀਂ ਕਰ ਸਕਿਆ। ਇਸ ਲਈ ਉਹ ਅਗਲੇ ਦਿਨ ਚਰਚ ਆਇਆ ਅਤੇ ਪੁੱਛਿਆ ਕਿ ਬਾਈਬਲ ਸੱਚਮੁੱਚ ਮਾਤਾ ਪਰਮੇਸ਼ਵਰ ਬਾਰੇ ਗਵਾਹੀ ਦਿੰਦੀ ਹੈ। ਹਾਂ, ਬਿਲਕੁਲ, ਇਹ ਬਾਈਬਲ ਵਿੱਚ ਹੈ। ਜੇਕਰ ਇਹ ਬਾਈਬਲ ਵਿੱਚ ਹੈ ਤਦ ਕਿਰਪਾ ਕਰਕੇ ਮੈਨੂੰ ਦਿਖਾਓ। ਇਸ ਤਰ੍ਹਾਂ ਉਸਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ ਆਖਰ ਵਿੱਚ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਫਿਰ ਤੋਂ ਜਨਮ ਲਿਆ। ਅਜਿਹਾ ਲੱਗਦਾ ਹੈ ਕਿ ਅਸੀਂ ਜੋ ਕੁਝ ਵੀ ਵੰਡਦੇ ਹਾਂ ਉਹ ਮੱਟਾਂ ਨੂੰ ਜਲ ਨਾਲ ਭਰਨ ਦੇ ਕੰਮ ਵਾਂਗ ਇੱਕ ਸਧਾਰਨ ਕੰਮ ਹੈ, ਪਰ ਪਰਮੇਸ਼ਵਰ ਸਭ ਕੁਝ ਬਦਲ ਦਿੰਦੇ ਹਨ। ਇਸ ਲਈ ਸਾਨੂੰ ਆਪਣੇ ਭਰਾਵਾਂ, ਭੈਣਾਂ, ਪਰਿਵਾਰ, ਗਵਾਂਢੀਆਂ, ਦੋਸਤਾਂ ਜਾਂ ਸਾਥੀਆਂ ਤੱਕ ਸੱਚਾਈ ਪਹੁੰਚਾਉਣ ਵਿੱਚ ਸੰਕੋਚ ਨਹੀਂ ਕਰਨੀ ਚਾਹੀਦੀ।
ਪਰਮੇਸ਼ਵਰ ਨੇ ਸਾਨੂੰ ਪ੍ਰਚਾਰ ਕਰਨ ਅਤੇ ਉਹਨਾਂ ਨੂੰ ਸੱਚਾਈ ਦੱਸਣ ਲਈ ਕਿਹਾ, ਭਾਵੇਂ ਉਹ ਸੁਣਨ ਜਾਂ ਨਾ ਸੁਣਨ। ਜੇਕਰ ਅਸੀਂ ਪ੍ਰਚਾਰ ਕਰਨ ਦੀ ਪਰਮੇਸ਼ਵਰ ਦੀ ਆਗਿਆ ਦਾ ਇਮਾਨਦਾਰੀ ਨਾਲ ਪਾਲਨ ਕਰਦੇ ਹਾਂ, ਤਦ ਆਖਰਕਾਰ ਪਰਮੇਸ਼ਵਰ ਜਲ ਵਰਗੀ ਸਧਾਰਨ ਚੀਜ਼ ਨੂੰ ਦਾਖਰਸ ਵਰਗੀ ਵਿਸ਼ੇਸ਼ ਚੀਜ਼ ਵਿੱਚ ਬਦਲ ਦੇਣਗੇ। ਅੰਤ ਵਿੱਚ ਜਦੋਂ ਘੜੇ ਦੀ ਵਸਤੂ ਲੋਕਾਂ ਤੱਕ ਪਹੁੰਚਾਈ ਗਈ, ਤਦ ਉਹਨਾਂ ਨੇ ਜੋ ਸਵਾਦ ਲਿਆ ਉਹ ਦਾਖਰਸ ਸੀ, ਨਾ ਕਿ ਜਲ। ਕਿਉਂਕਿ ਇਹ ਕੰਮ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਪੂਰਾ ਕੀਤਾ ਜਾਂਦਾ ਹੈ, ਇਸ ਲਈ ਸਾਨੂੰ ਪਰਮੇਸ਼ਵਰ ਦੇ ਹੁਕਮ ਅਨੁਸਾਰ ਵੇਲੇ ਅਤੇ ਕੁਵੇਲੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਦ ਕੁਝ ਲੋਕ ਜੋ ਪੂਰਾ ਸੁਣਦੇ ਹਨ, ਉਹਨਾਂ ਸਾਰੀਆਂ ਗੱਲਾਂ ਉੱਤੇ ਧਿਆਨ ਕੇਂਦਰਿਤ ਨਹੀਂ ਕਰ ਸਕਦੇ, ਪਰ ਜੋ ਗੱਲ ਉਹਨਾਂ ਨਾਲ ਚਿਪਕ ਜਾਂਦੀ ਹੈ ਉਹ ਇਹ ਹੈ, ਜੇਕਰ ਤੁਸੀਂ ਸ਼ਨੀਵਾਰ ਨੂੰ ਸਬਤ ਦਾ ਦਿਨ ਨਹੀਂ ਮਨਾਉਂਦੇ ਹੋ ਤਾਂ ਤੁਸੀਂ ਬਚਾਏ ਨਹੀਂ ਜਾ ਸਕਦੇ। ਇਹ ਗੱਲ ਉਹਨਾਂ ਦੇ ਮਨ ਵਿੱਚ ਬਣੀ ਰਹਿੰਦੀ ਹੈ ਅਤੇ ਰਾਤ ਭਰ ਉਹਨਾਂ ਨੂੰ ਸੌਣ ਨਹੀਂ ਦਿੰਦੀ। ਉਹ ਸੋਚਦੇ ਹਨ, ਐਤਵਾਰ ਦੀ ਆਰਾਧਨਾ ਦਾ ਕੀ ਅਰਥ ਹੈ ਜਿਸ ਨੂੰ ਮੈਂ ਜੀਵਨ ਭਰ ਮਨਾਇਆ ਹੈ। ਜੇਕਰ ਇਹ ਗਲਤ ਹੈ, ਤਦ ਕੀ ਮੈਨੂੰ ਹੁਣ ਤੋਂ ਆਪਣੇ ਤਰੀਕੇ ਨਹੀਂ ਬਦਲਣੇ ਚਾਹੀਦੇ? ਬਹੁਤ ਸਾਰੇ ਵੱਖੋ ਵੱਖਰੇ ਵਿਚਾਰ ਮਨ ਵਿੱਚ ਆਉਣ ਤੋਂ ਬਾਅਦ ਉਹ ਚਰਚ ਵਿੱਚ ਆਉਂਦੇ ਹਨ ਅਤੇ ਚਰਚ ਦੇ ਇਤਿਹਾਸ ਬਾਰੇ ਅਧਿਐਨ ਕਰਦੇ ਹਨ ਕਿ ਸਬਤ ਕਿਵੇਂ ਬਦਲਿਆ ਗਿਆ ਸੀ। ਆਖਰਕਾਰ ਉਹ ਆਪਣਾ ਮਨ ਬਦਲਦੇ ਹਨ, ਪਰਮੇਸ਼ਵਰ ਦੀ ਸੱਚਾਈ ਨੂੰ ਸਵੀਕਾਰ ਕਰਦੇ ਹਨ ਅਤੇ ਸਾਡੇ ਸਿਓਨ ਪਰਿਵਾਰ ਦੇ ਮੈਂਬਰ ਬਣ ਜਾਂਦੇ ਹਨ। ਇਹ ਸਪਸ਼ਟ ਤੌਰ ਤੇ ਇਸ ਭੂਮਿਕਾ ਦੀ ਵਿਆਖਿਆ ਕਰਦਾ ਹੈ ਜੋ ਅਸੀਂ ਨਿਭਾਉਂਦੇ ਹਾਂ। ਅਸੀਂ ਸਿਰਫ ਜਲ ਲਿਆਉਣ ਦੇ ਕੰਮ ਵਾਂਗ ਇੱਕ ਸਧਾਰਨ ਦੂਤ ਦਾ ਕੰਮ ਕਰ ਸਕਦੇ ਹਾਂ। ਭਾਵੇਂ ਅਸੀਂ ਜਲ ਲਿਆਉਂਦੇ ਹਾਂ, ਪਰ ਉਹ ਪਰਮੇਸ਼ਵਰ ਹਨ ਜੋ ਇਸ ਨੂੰ ਵਧੀਆ ਦਾਖਰਸ ਵਿੱਚ ਬਦਲ ਦਿੰਦੇ ਹਨ। ਇਹ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਇੱਕ ਪਾਦਰੀ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਇੱਕ ਚੰਗਾ ਉਪਦੇਸ਼ ਦਿੰਦਾ ਹੈ। ਨਾ ਹੀ ਇਸ ਨੂੰ ਇੱਕ ਮਿਸ਼ਨਰੀ, ਇੱਕ ਐਲਡਰ ਜਾਂ ਐਲਡਰਸ ਦੁਆਰਾ ਕੀਤਾ ਜਾਂਦਾ ਹੈ। ਇਹ ਸਿਰਫ ਪਰਮੇਸ਼ਵਰ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ ਜੋ ਉਸ ਸਥਿਤੀ ਵਿੱਚ ਬਦਲਾਵ ਲਿਆਉਂਦੇ ਹਨ। ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 5 ਉੱਤੇ ਇੱਕ ਨਜ਼ਰ ਪਾਈਏ। ਜੋ ਕੁਝ ਵੀ ਪਰਮੇਸ਼ਵਰ ਸਾਨੂੰ ਕਰਨ ਲਈ ਕਹਿੰਦੇ ਹਨ, ਭਾਵੇਂ ਇਹ ਬਹੁਤ ਸੌਖਾ ਅਤੇ ਮਾਮੂਲੀ ਲੱਗਦਾ ਹੋਵੇ, ਪਰ ਜਦੋਂ ਅਸੀਂ ਆਗਿਆ ਮੰਨਦੇ ਹਾਂ ਤਦ ਹਮੇਸ਼ਾ ਇੱਕ ਮਹਾਨ ਨਤੀਜਾ ਦਿੱਤਾ ਜਾਏਗਾ। ਅੱਜ ਆਓ ਇਸ ਮਾਮਲੇ ਉੱਤੇ ਵਿਚਾਰ ਕਰਨ ਦਾ ਕੁਝ ਸਮਾਂ ਲਈਏ। ਆਓ ਅਸੀਂ ਲੂਕਾ ਅਧਿਆਇ 5 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਇਉਂ ਹੋਇਆ ਕਿ ਜਾਂ ਲੋਕ ਉਹਦੇ ਉੱਤੇ ਡਿੱਗਦੇ ਅਤੇ ਪਰਮੇਸ਼ਵਰ ਦਾ ਵਚਨ ਸੁਣਦੇ ਸਨ, ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ ਅਤੇ ਦੇ ਕੰਢੇ 2 ਬੇੜੀਆਂ ਲੱਗੀਆਂ ਹੋਈਆਂ ਵੇਖੀਆਂ, ਪਰ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ। ਉਸਨੇ ਉਹਨਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮੌਨ ਦੀ ਸੀ ਚੜ ਕੇ ਉਸ ਤੋਂ ਚਾਹਿਆ, ਜੋ ਕੰਢਿਓ ਰੱਤੀ ਕੋ ਹਟਾ ਲੈ, ਤਾਂ ਉਹ ਬੈਠ ਕੇ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮੌਨ ਨੂੰ ਕਿਹਾ, ਭਾਈ ਡੂੰਘੇ ਪਾਣੀ ਵਿੱਚ ਲੈ ਚਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਸ਼ਮੌਨ ਨੇ ਉੱਤਰ ਦਿੱਤਾ ਕਿ ਸਵਾਮੀ ਜੀ, ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ, ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ। ਜਾਂ ਉਹਨਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਹਨਾਂ ਦੇ ਜਾਲ ਟੁੱਟਣ ਲੱਗੇ। ਤਦ ਉਹਨਾਂ ਆਪਣੇ ਸਾਂਝੀਆਂ ਨੂੰ, ਜਿਹੜੇ ਦੂਜੀ ਬੇੜੀ ਉੱਤੇ ਸਨ, ਸੈਨਤ ਕੀਤੀ, ਜੋ ਆਣ ਕੇ ਸਾਡੀ ਮਦਦ ਕਰੋ। ਸੋ ਉਹ ਆਏ ਅਰ ਦੋਵੇਂ ਬੇੜੀਆਂ ਅਜਿਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ। ਸ਼ਮੌਨ ਪਤਰਸ ਇਹ ਵੇਖ ਕੇ ਯੀਸ਼ੂ ਦੇ ਪੈਰੀ ਪਿਆ ਅਤੇ ਬੋਲਿਆ, ਪ੍ਰਭੂ ਜੀ, ਮੇਰੇ ਕੋਲੋਂ ਚਲਿਆ ਜਾ, ਕਿਉਂ ਜੋ ਮੈਂ ਪਾਪੀ ਬੰਦਾ ਹਾਂ। ਇੰਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹਦੇ ਨਾਲ ਦੇ ਸਭੇ ਹੈਰਾਨ ਹੋਏ। ਅਤੇ ਇਸੇ ਤਰ੍ਹਾਂ ਜਬਦੀ ਦੇ ਪੁੱਤਰ ਯਾਕੂਬ ਅਤੇ ਯੋਹੰਨਾ ਵੀ, ਜੋ ਸ਼ਮੌਨ ਦੇ ਸਾਂਝੀ ਸਨ, ਹੈਰਾਨ ਹੋਏ। ਤਦ ਸ਼ਮੌਨ ਨੂੰ ਆਖਿਆ, ਨਾ ਡਰ, ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਗਾ। ਤਦ ਉਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸਭੋ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਲੂਕਾ ਅਧਿਆਇ 5 ਦੇ ਇਸ ਦ੍ਰਿਸ਼ ਨਾਲ ਵੀ ਅਜਿਹਾ ਹੀ ਹੈ। ਯੀਸ਼ੂ ਨੇ ਕਿਹਾ, ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਪਤਰਸ ਨੇ ਜਵਾਬ ਦਿੱਤਾ, ਸਵਾਮੀ ਜੀ, ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ। ਜੇਕਰ ਅਸੀਂ ਹੁਣ ਜਾਲ ਸੁੱਟਾਂਗੇ ਫਿਰ ਕੀ ਕੁਝ ਖਾਸ ਹੋਵੇਗਾ? ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ। ਉਸ ਸਮੇਂ ਪਤਰਸ ਨੇ ਮੱਛੀਆਂ ਫੜਨ ਲਈ ਕਿਸੇ ਖਾਸ ਯੰਤਰ ਦੀ ਵਰਤੋਂ ਨਹੀਂ ਕੀਤੀ, ਪਰ ਸਿਰਫ ਇੱਕ ਸਧਾਰਨ ਕੰਮ ਕੀਤਾ। ਇਹ ਉਹੀ ਜਗ੍ਹਾ ਸੀ ਜਿੱਥੇ ਉਹ ਮੱਛੀਆਂ ਫੜਨ ਲਈ ਜਾਲ ਸੁੱਟ ਰਹੇ ਸੀ। ਇਹ ਸਿਰਫ ਇੱਕ ਸਧਾਰਨ ਦਿਨ ਸੀ, ਪਰ ਪਰਮੇਸ਼ਵਰ ਦਾ ਬਚਨ ਉਹਨਾਂ ਤੱਕ ਪਹੁੰਚਾਏ ਜਾਣ ਤੋਂ ਬਾਅਦ ਇੱਕ ਬਦਲਾਵ ਹੋਇਆ। ਪਤਰਸ ਨਾਲ
ਹੋਏ ਹਾਲਾਤਾਂ ਵਾਂਗ ਜਦੋਂ ਅਸੀਂ ਚੀਜ਼ਾਂ ਨੂੰ ਆਪ ਕਰਦੇ ਹਾਂ ਤਦ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਦਾ, ਪਰ ਜਦੋਂ ਅਸੀਂ ਪਰਮੇਸ਼ਵਰ ਦੇ ਦੂਤ ਦਾ ਕੰਮ ਕਰਦੇ ਹਾਂ ਤਦ ਨਤੀਜਾ ਬਹੁਤ ਵੱਖਰਾ ਹੁੰਦਾ ਹੈ। ਦੂਜੇ ਪਾਸੇ ਜਦੋਂ ਅਸੀਂ ਪਰਮੇਸ਼ਵਰ ਦੇ ਦੂਤ ਦਾ ਕੰਮ ਕਰਨ ਦੇ ਬਜਾਏ ਆਪਣੀ ਇੱਛਾ ਨਾਲ ਚੱਲਦੇ ਹਾਂ ਤਦ ਇਸ ਪ੍ਰਕਾਰ ਦਾ ਬਦਲਾਵ ਬਿਲਕੁਲ ਨਹੀਂ ਹੁੰਦਾ ਹੈ। ਭਾਵੇਂ ਉਸਨੇ ਉਸ ਜਗ੍ਹਾ ਤੇ ਦਸਾਂ ਅਤੇ ਸੈਂਕੜਿਆਂ ਵਾਰ ਜਾਲ ਸੁੱਟਿਆ ਹੋਵੇ, ਪਰ ਜਦੋਂ ਉਸਨੇ ਪਰਮੇਸ਼ਵਰ ਦੇ ਦੂਤ ਦਾ ਕੰਮ ਕਰਨਾ ਸ਼ੁਰੂ ਕੀਤਾ ਤਦ ਹਾਲਾਤ ਵੱਖਰੇ ਸੀ। ਇਸ ਲਈ ਪ੍ਰਚਾਰ ਕਰਦੇ ਸਮੇਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਮੈਂ ਇਸ ਨੂੰ ਆਪਣੀ ਬੁੱਧੀ ਅਤੇ ਸ਼ਕਤੀ ਨਾਲ ਪੂਰਾ ਕਰ ਰਿਹਾ ਹਾਂ। ਇਸ ਦੀ ਬਜਾਏ ਸਾਨੂੰ ਕਹਿਣਾ ਚਾਹੀਦਾ ਹੈ ਕਿਰਪਾ ਕਰਕੇ ਮੈਨੂੰ ਪਰਮੇਸ਼ਵਰ ਦਾ ਦੂਤ ਦਾ ਕੰਮ ਪੂਰਾ ਕਰਨ ਦਿਓ। ਉਸ ਕੰਮ ਬਾਰੇ ਸੋਚੋ ਜੋ ਕਾਨਾਂ ਵਿੱਚ ਟਹਿਲੂਆਂ ਨੇ ਕੀਤਾ ਸੀ। ਨਾਲੇ ਉਸ ਦੂਤ ਦੇ ਕੰਮ ਬਾਰੇ ਸੋਚੋ ਜੋ ਪਤਰਸ ਨੇ ਕੀਤਾ ਸੀ। ਜਦੋਂ ਪਤਰਸ ਨੇ ਜਾਲ ਸੁੱਟਿਆ ਤਦ ਅਚਾਨਕ ਸਾਰੀਆਂ ਮੱਛੀਆਂ ਜੋ ਉੱਥੇ ਨਹੀਂ ਸੀ ਦਿਖਾਈ ਦਿੱਤੀਆਂ। ਉਸਨੇ ਇੰਨੀਆਂ ਮੱਛੀਆਂ ਫੜੀਆਂ ਕਿ ਉਸ ਦੀ ਬੇੜੀ ਭਰ ਗਈ। ਯੋਹੰਨਾ ਅਤੇ ਯਾਕੂਬ ਨੇ ਵੀ ਜੋ ਉਹੀ ਕੰਮ ਕਰ ਰਹੇ ਸੀ, ਇੰਨੀਆਂ ਮੱਛੀਆਂ ਫੜੀਆਂ ਕਿ ਉਹਨਾਂ ਦੀ ਬੇੜੀ ਡੁੱਬਣ ਲੱਗੀ। ਇਹਨਾਂ ਰਿਕਾਰਡਾਂ ਰਾਹੀਂ ਬਾਈਬਲ ਸਾਨੂੰ ਕੀ ਸਬਕ ਸਿਖਾਉਂਦੀ ਹੈ? ਸਾਡੇ ਲਈ ਇਸ ਮਾਮਲੇ ਉੱਤੇ ਪੂਰਾ ਧਿਆਨ ਦੇਣਾ ਜ਼ਰੂਰੀ ਹੈ। ਜਦੋਂ ਅਸੀਂ ਪਹਿਲੀ ਵਾਰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਾਂ ਤਦ ਅਸੀਂ ਲਗਨ ਨਾਲ ਪਰਮੇਸ਼ਵਰ ਦੀ ਇੱਛਾ ਦੀ ਪਾਲਣਾ ਕਰਦੇ ਹਾਂ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਅਸੀਂ ਪਰਮੇਸ਼ਵਰ ਦੇ ਬਚਨ ਦੇ ਆਦੀ ਹੋ ਜਾਂਦੇ ਹਾਂ ਅਤੇ ਅਸੀਂ ਆਪਣੇ ਪ੍ਰਚਾਰ ਵਾਤਾਵਰਣ ਅਤੇ ਵੱਖਰੇ ਵੱਖਰੇ ਤਰ੍ਹਾਂ ਦੇ ਲੋਕਾਂ ਨਾਲ ਵਿਵਹਾਰ ਕਰਨ ਦਾ ਤਰੀਕਾ ਜਾਣ ਜਾਂਦੇ ਹਾਂ। ਹੌਲੀ ਹੌਲੀ ਅਸੀਂ ਪਰਮੇਸ਼ਵਰ ਦੁਆਰਾ ਸਾਨੂੰ ਦਿੱਤੇ ਗਏ ਦੂਤ ਦੇ ਕੰਮ ਨੂੰ ਅਣਦੇਖਾ ਕਰਦੇ ਹੋਏ ਆਪਣੇ ਖੁਦ ਦੇ ਵਿਚਾਰਾਂ ਦੁਆਰਾ ਨਿਰਦੇਸ਼ਿਤ ਹੋਣ ਲੱਗਦੇ ਹਾਂ। ਇਸ ਸਥਿਤੀ ਵਿੱਚ ਅਸੀਂ ਅੰਤ ਵਿੱਚ ਪਤਰਸ ਵਾਂਗ ਹੋਵਾਂਗੇ ਜਿਸ ਨੇ ਸਾਰੀ ਰਾਤ ਆਪਣਾ ਜਾਲ ਸੁੱਟਿਆ ਪਰ ਕੁਝ ਵੀ ਹਾਸਿਲ ਨਹੀਂ ਕੀਤਾ। ਫਿਰ ਜੇਕਰ ਅਸੀਂ ਇੱਕ ਸਫਲ ਨਤੀਜਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਦ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਪਰਮੇਸ਼ਵਰ ਦੇ ਦੂਤ ਦੇ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ। ਉਹ ਸੇਵਕ ਜਿਨ੍ਹਾਂ ਨੇ ਕਾਨਾ ਵਿੱਚ ਵਿਆਹ ਦੀ ਦਾਵਤ ਵਿੱਚ ਯੀਸ਼ੂ ਦੁਆਰਾ ਦਿੱਤਾ ਗਿਆ ਕੰਮ ਕੀਤਾ ਅਤੇ ਪਤਰਸ ਜਿਸ ਨੇ ਯੀਸ਼ੂ ਦੁਆਰਾ ਦਿੱਤਾ ਗਿਆ ਦੂਤ ਦਾ ਕੰਮ ਕੀਤਾ, ਕੀ ਉਹਨਾਂ ਨੇ ਅਚਰਜ ਨਤੀਜੇ ਪ੍ਰਾਪਤ ਨਹੀਂ ਕੀਤੇ? ਕੇਵਲ ਉਹੀ ਜੋ ਆਪਣੇ ਪੂਰੇ ਮਨ ਨਾਲ ਪਰਮੇਸ਼ਵਰ ਦੀ ਇੱਛਾ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਉਸ ਨੂੰ ਇਮਾਨਦਾਰੀ ਨਾਲ ਕਰਦੇ ਹਨ ਸ਼ਾਨਦਾਰ ਨਤੀਜਾ ਪ੍ਰਾਪਤ ਕਰ ਸਕਦੇ ਹਨ। ਸਿਰਫ ਪਰਮੇਸ਼ਵਰ ਉਹਨਾਂ ਲਈ ਬਦਲਾਵ ਲਿਆਉਂਦੇ ਹਨ। ਉਹ ਟਹਿਲੂ ਨਹੀਂ ਸੀ ਜਿਨ੍ਹਾਂ ਨੇ ਜਲ ਨੂੰ ਦਾਖਰਸ ਵਿੱਚ ਬਦਲ ਦਿੱਤਾ ਸੀ, ਨਾ ਹੀ ਉਹ ਪਤਰਸ ਸੀ ਜਿਸ ਨੇ ਉਸ ਜਾਲ ਵਿੱਚ ਉਹਨਾਂ ਮੱਛੀਆਂ ਨੂੰ ਪਾਇਆ ਜੋ ਪਹਿਲਾਂ ਨਹੀਂ ਸੀ। ਕੁਝ ਹਾਸਲ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਸ ਦਾ ਮੂਲ ਕੀ ਹੈ? ਜਦੋਂ ਅਸੀਂ ਇਸ ਬਾਰੇ ਇੱਕ ਵਾਰ ਫਿਰ ਵਿਚਾਰ ਕਰਦੇ ਹਾਂ ਤਦ ਅਸੀਂ ਮਹਿਸੂਸ ਕਰਦੇ ਹਾਂ ਕਿ ਪਰਮੇਸ਼ਵਰ ਸਾਡਾ ਖਜ਼ਾਨਾ ਹਨ। ਕਿਉਂਕਿ ਸਭ ਕੁਝ ਪਰਮੇਸ਼ਵਰ ਉੱਤੇ ਨਿਰਭਰ ਕਰਦਾ ਹੈ, ਇਸ ਲਈ ਸਾਨੂੰ ਸਿਓਨ ਦੀ ਉਹ ਸੰਤਾਨ ਬਣਨਾ ਚਾਹੀਦਾ ਹੈ ਜੋ ਪਰਮੇਸ਼ਵਰ ਨੂੰ ਆਪਣਾ ਸਭ ਤੋਂ ਵੱਡਾ ਖਜ਼ਾਨਾ ਮੰਨਦੀ ਹੈ। ਜੇਕਰ ਪਰਮੇਸ਼ਵਰ ਸਾਡੀ ਅਗਵਾਈ ਕਰਦੇ ਹਨ ਤਦ ਕੀ ਇੱਕ ਬੰਜਰ ਜ਼ਮੀਨ ਨੂੰ ਫੁੱਲਾਂ ਦੇ ਖੇਤ ਵਿੱਚ ਨਹੀਂ ਬਦਲਿਆ ਜਾ ਸਕਦਾ? ਇੱਥੋਂ ਤੱਕ ਕਿ ਯਰੀਹੋ ਇੱਕ ਅਦੁੱਤੀ ਗੜ ਵੀ ਅਚਾਨਕ ਢਹਿ ਸਕਦਾ ਹੈ। ਭਾਵੇਂ ਮਨੁੱਖਾਂ ਦੀ ਨਜ਼ਰ ਵਿੱਚ ਕੋਈ ਚੀਜ਼ ਸ਼ਾਨਦਾਰ ਲੱਗਦੀ ਹੈ, ਪਰ ਜਦੋਂ ਪਰਮੇਸ਼ਵਰ ਉਸ ਉੱਤੇ ਆਪਣੀ ਸ਼ਕਤੀ ਲਗਾਉਂਦੇ ਹਨ ਤਦ ਕੀ ਉਹ ਸਭ ਮਾਮੂਲੀ ਨਹੀਂ ਹੁੰਦਾ? ਹਰ ਦਿਨ ਪਰਮੇਸ਼ਵਰ ਦੀ ਸ਼ਕਤੀ ਅਤੇ ਚਮਤਕਾਰਾਂ ਦੇ ਕੰਮ ਦਾ ਅਨੁਭਵ ਅਤੇ ਮਹਿਸੂਸ ਕਰਦੇ ਹੋਏ ਸਾਨੂੰ ਕਦਮ ਦਰ ਕਦਮ ਸਵਰਗ ਦੇ ਰਾਜ ਵੱਲ ਅੱਗੇ ਵਧਣਾ ਚਾਹੀਦਾ ਹੈ। ਆਓ ਦੂਸਰਾ ਰਾਜਿਆਂ ਅਧਿਆਇ 5 ਵਿੱਚ ਪਰਮੇਸ਼ਵਰ ਦੇ ਵਚਨਾਂ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਦੂਸਰਾ ਰਾਜਿਆਂ ਅਧਿਆਇ 5 ਵਚਨ 1 ਉੱਤੇ ਇੱਕ ਨਜ਼ਰ ਪਾਈਏ। ਅਰਾਮ ਦੇ ਰਾਜਾ ਦਾ ਸੈਨਾਪਤੀ ਨਾਮਾਨ ਆਪਣੇ ਸੁਆਮੀ ਦੇ ਅੱਗੇ ਵੱਡਾ ਆਦਮੀ ਸੀ ਤੇ ਉਹਦਾ ਆਦਰ ਮਾਣ ਹੁੰਦਾ ਸੀ ਕਿਉਂ ਜੋ ਉਹਦੇ ਰਾਹੀਂ ਯਹੋਵਾ ਨੇ ਅਰਾਮ ਨੂੰ ਫਤਿਹ ਦਿੱਤੀ ਸੀ। ਉਹ ਮਨੁੱਖ ਯੋਧਾ ਸੂਰਮਾ ਸੀ ਪਰ ਕੋੜੀ ਸੀ। ਅਰਾਮ ਦੇ ਰਾਜਾ ਦੀ ਸੈਨਾ ਦਾ ਸੈਨਾਪਤੀ ਨਾਮਾਨ ਨਾਂ ਦਾ ਇੱਕ ਵਿਅਕਤੀ ਸੀ ਜਿਸ ਨੂੰ ਆਧੁਨਿਕ ਸਮੇਂ ਵਿੱਚ ਰੱਖਿਆ ਮੰਤਰੀ ਮੰਨਿਆ ਜਾਂਦਾ ਹੈ। ਭਾਵੇਂ ਉਹ ਇੱਕ ਮਹਾਨ ਸੈਨਾਪਤੀ ਸੀ ਪਰ ਉਸ ਨੂੰ ਕੋੜ ਸੀ। ਹੱਲ ਲੱਭਣ ਤੋਂ ਬਾਅਦ ਉਸ ਨੇ ਇਹ ਖਬਰ ਸੁਣੀ ਕਿ ਉਹ ਅਲੀਸ਼ਾ ਨਾਮ ਦੇ ਪਰਮੇਸ਼ਵਰ ਦੇ ਨਬੀ ਦੁਆਰਾ ਚੰਗਾ ਹੋ ਸਕਦਾ ਹੈ। ਇਸ ਲਈ ਉਹ ਅਲੀਸ਼ਾ ਨੂੰ ਮਿਲਣ ਗਿਆ। ਆਓ ਅਸੀਂ ਵਚਨ 8 ਉੱਤੇ ਜਾਈਏ।
ਤਾਂ ਇਉਂ ਹੋਇਆ, ਜਦ ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਸੁਣਿਆ ਭਾਈ ਇਜ਼ਰਾਈਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜੇ, ਤਾਂ ਉਸਨੇ ਪਾਤਸ਼ਾਹ ਨੂੰ ਇਹ ਕਹਾ ਘੱਲਿਆ, ਭਾਈ ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਹਨੂੰ ਮੇਰੇ ਕੋਲ ਆਉਣ ਦੇ, ਤਾਂ ਜੋ ਉਹਨੂੰ ਪਤਾ ਲੱਗੇ ਭਾਈ ਇਜ਼ਰਾਈਲ ਵਿੱਚ ਇੱਕ ਨਬੀ ਹੈ। ਸੋ ਨਮਾਨ ਆਪਣੇ ਘੋੜਿਆਂ ਤੇ ਆਪਣੇ ਰਥਾਂ ਸਣੇ ਆਇਆ ਅਤੇ ਅਲੀਸ਼ਾ ਦੇ ਘਰ ਦੇ ਬੂਹੇ ਕੋਲ ਖਲੋ ਗਿਆ। ਅਲੀਸ਼ਾ ਨੇ ਇੱਕ ਹਲਕਾਰੇ ਨੂੰ ਇਹ ਆਖ ਕੇ ਉਹਦੇ ਕੋਲ ਘੱਲਿਆ ਕਿ ਜਾ ਤੇ ਯਰਦਨ ਵਿੱਚ 7 ਚੁੱਭੀਆਂ ਮਾਰ, ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ। ਕਿਉਂਕਿ ਉਸ ਕੋਲ ਰੱਖਿਆ ਮੰਤਰੀ ਵਰਗਾ ਉੱਚਾ ਅਹੁਦਾ ਸੀ ਅਤੇ ਉਹ ਅਲੀਸ਼ਾ ਦੇ ਘਰ ਤੱਕ ਆਇਆ ਸੀ, ਇਸ ਲਈ ਉਸਨੇ ਇੱਕ ਆਦਰਪੂਰਵਕ ਸਵਾਗਤ ਦੀ ਉਮੀਦ ਕੀਤੀ ਸੀ। ਪਰ ਅਲੀਸ਼ਾ ਆਪਣੇ ਘਰ ਤੋਂ ਬਾਹਰ ਵੀ ਨਹੀਂ ਆਇਆ, ਪਰ ਸਿਰਫ ਇੱਕ ਸੁਨੇਹਾ ਭੇਜਿਆ, ਜਾ ਤੇ ਯਰਦਨ ਵਿੱਚ 7 ਚੁੱਭੀਆਂ ਮਾਰ, ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ। ਵਚਨ 11। ਪਰ ਨਮਾਨ ਕ੍ਰੋਧੀ ਹੋ ਕੇ ਚਲਿਆ ਗਿਆ ਤੇ ਕਹਿਣ ਲੱਗਾ, ਵੇਖੋ, ਕਿਉਂਕਿ ਉਸ ਕੋਲ ਰੱਖਿਆ ਮੰਤਰੀ ਵਰਗਾ ਉੱਚਾ ਅਹੁਦਾ ਸੀ, ਤਦ ਉਸਨੂੰ ਲੱਗਿਆ ਕਿ ਉਹ ਬਿਹਤਰ ਵਿਵਹਾਰ ਦੇ ਯੋਗ ਹੈ, ਇਸ ਲਈ ਉਹ ਗੁੱਸੇ ਹੋਇਆ। ਪਰ ਨਮਾਨ ਕ੍ਰੋਧੀ ਹੋ ਕੇ ਚਲਿਆ ਗਿਆ ਅਤੇ ਕਹਿਣ ਲੱਗਾ, ਵੇਖੋ, ਮੈਂ ਤਾਂ ਸੋਚਦਾ ਸਾਂ ਭਾਈ ਉਹ ਬਾਹਰ ਆ ਕੇ ਖਲੋ ਜਾਵੇਗਾ ਔਰ ਆਪਣੇ ਪਰਮੇਸ਼ਵਰ ਯਹੋਵਾ ਦਾ ਨਾਮ ਲੈ ਕੇ ਉਸ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜੀ ਨੂੰ ਚੰਗਾ ਕਰੇਗਾ ਕਿ ਦਮਿਸ਼ਕ ਦੀਆਂ ਨਦੀਆਂ ਅਬਾਨਾ ਤੇ ਫਰਫਰ ਇਜ਼ਰਾਈਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ, ਭਲਾ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸਕਦਾ ਸਾਂ। ਸੋ ਉਹ ਮੁੜਿਆ ਤੇ ਗੁੱਸੇ ਨਾਲ ਚਲਿਆ ਗਿਆ। ਤਦ ਉਹਦੇ ਚਾਕਰ ਨੇੜੇ ਆਏ ਤੇ ਉਹਨੂੰ ਇਹ ਆਖਿਆ, ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ? ਜਦ ਉਸਨੇ ਤੁਹਾਨੂੰ ਆਖਿਆ ਹੈ ਭਈ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਕਿੰਨਾ ਵਧੇਕ ਇਹ ਕਰਨਾ ਚਾਹੀਦਾ ਹੈ। ਤਦ ਪਰਮੇਸ਼ਵਰ ਦੇ ਜਨ ਦੇ ਆਖੇ ਅਨੁਸਾਰ ਉਹਨੇ ਯਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ ਤੇ ਫਿਰ ਉਹਦੀ ਦੇਹ ਨਿੱਕੇ ਬਾਲਕ ਦੀ ਦੇਹ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ। ਇੱਥੇ ਜੋ ਹੋ ਰਿਹਾ ਹੈ ਉਸ ਨਾਲ ਵੀ ਉਹੀ ਗੱਲ ਲਾਗੂ ਹੁੰਦੀ ਹੈ। ਪਾਣੀ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਪਾਣੀ ਕੋੜ ਨੂੰ ਠੀਕ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਯਰਦਨ ਨਦੀ ਦੇ ਪਾਣੀ ਦੀ ਗੁਣਵੱਤਾ ਹੋਰ ਨਦੀਆਂ ਨਾਲੋਂ ਬਹੁਤ ਘੱਟ ਸੀ, ਪਰ ਉੱਥੇ ਕੀ ਕੰਮ ਕਰ ਰਿਹਾ ਸੀ? ਪਰਮੇਸ਼ਵਰ ਦੀ ਸ਼ਕਤੀ ਦਾ ਕੰਮ ਉੱਥੇ ਕੰਮ ਕਰ ਰਿਹਾ ਸੀ। ਇਸ ਲਈ ਅਲੀਸ਼ਾ ਨੇ ਕਿਹਾ, ਜਾ ਤੇ ਯਰਦਨ ਵਿੱਚ 7 ਚੁੱਭੀਆਂ ਮਾਰ। ਭਾਵੇਂ ਨਮਾਨ ਆਪਣੇ ਦੇਸ਼ ਵਿੱਚ ਅਬਾਨਾ ਅਤੇ ਪਰਪਰ ਵਰਗੀਆਂ ਨਦੀਆਂ ਵਿੱਚ ਜਾਂਦਾ ਅਤੇ ਨਾ ਸਿਰਫ 7 ਵਾਰ ਬਲਕਿ 700 ਜਾਂ 7000 ਵਾਰ ਵੀ ਚੁੱਭੀ ਮਾਰਦਾ, ਤਦ ਵੀ ਉਸ ਦਾ ਕੋੜ ਠੀਕ ਨਹੀਂ ਹੁੰਦਾ। ਇਸ ਤਰ੍ਹਾਂ ਖੁਸ਼ਖਬਰੀ ਨੂੰ ਕਰਦੇ ਸਮੇਂ ਅਕਸਰ ਸਾਡੇ ਆਪਣੇ ਵਿਚਾਰ ਹੁੰਦੇ ਹਨ। ਅਸੀਂ ਆਪਣੇ ਵਿਚਾਰਾਂ ਨੂੰ ਪਰਮੇਸ਼ਵਰ ਦੇ ਵਿਚਾਰਾਂ ਦੇ ਅੱਗੇ ਰੱਖਦੇ ਹਾਂ ਅਤੇ ਦੁਨੀਆ ਦੇ ਤਰਕ ਦੁਆਰਾ ਹਰ ਚੀਜ਼ ਦਾ ਨਿਆਂ ਕਰਦੇ ਹਾਂ ਅਤੇ ਭੌਤਿਕ ਦੁਨੀਆ ਵਿੱਚ ਆਪਣੇ ਅਨੁਭਵ ਦੇ ਆਧਾਰ ਤੋਂ ਨਤੀਜਿਆਂ ਦੀ ਉਮੀਦ ਕਰਦੇ ਹਾਂ। ਅਲੀਸ਼ਾ ਵਰਗੇ ਵਿਅਕਤੀ ਨੇ ਵੀ ਆਪਣੀ ਸ਼ਕਤੀ ਨਾਲ ਨਹੀਂ ਬਲਕਿ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਆਪਣਾ ਮਿਸ਼ਨ ਪੂਰਾ ਕੀਤਾ ਹੈ ਨਾ। ਪਰ ਨਮਾਨ ਨੇ ਆਪਣੇ ਵਿਚਾਰਾਂ ਉੱਤੇ ਭਰੋਸਾ ਕੀਤਾ। ਸਰੀਰਕ ਤੌਰ ਤੇ ਸਾਡੀਆਂ ਨਦੀਆਂ ਇਜ਼ਰਾਈਲ ਦੀਆਂ ਸਾਰੀਆਂ ਨਦੀਆਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਸਾਫ਼ ਹਨ। ਮੈਨੂੰ ਇੱਕ ਸਾਫ਼ ਨਦੀ ਵਿੱਚ ਚੁੱਭੀ ਲਗਾਉਣੀ ਚਾਹੀਦੀ ਹੈ। ਮੈਂ ਯਰਦਨ ਨਦੀ ਦੇ ਗੰਦੇ ਪਾਣੀ ਵਿੱਚ ਚੁੱਭੀ ਕਿਉਂ ਲਗਾਵਾਂ? ਇਸ ਤੋਂ ਇਲਾਵਾ ਉਹ ਬਹੁਤ ਨਿਰਾਸ਼ ਸੀ ਕਿ ਅਲੀਸ਼ਾ ਨੇ ਘਰ ਤੋਂ ਬਾਹਰ ਆਏ ਬਿਨਾਂ ਸਿਰਫ ਸੁਨੇਹਾ ਭੇਜਿਆ। ਪਰ ਉਹ ਕੋੜ ਤੋਂ ਠੀਕ ਹੋਣ ਲਈ ਅਲੀਸ਼ਾ ਨੂੰ ਮਿਲਣ ਗਿਆ ਸੀ, ਨਾ ਕਿ ਸਨਮਾਨਜਨਕ ਸਵਾਗਤ ਪਾਉਣ ਲਈ। ਆਖਰਕਾਰ ਉਹ ਆਪਣਾ ਮਕਸਦ ਭੁੱਲ ਗਿਆ ਸੀ। ਜਿਸ ਤਰ੍ਹਾਂ ਉਹਨਾਂ ਨਾਲ ਵਿਵਹਾਰ ਕੀਤਾ ਗਿਆ ਉਸ ਤੋਂ ਉਹ ਗੁੱਸੇ ਸੀ ਅਤੇ ਉਸ ਨੂੰ ਉਹ ਹੱਲ ਪਸੰਦ ਨਹੀਂ ਆਇਆ ਜਿਸ ਦੀ ਉਸ ਨੂੰ ਸਲਾਹ ਦਿੱਤੀ ਗਈ ਸੀ। ਸਿਰਫ ਇਸ ਲਈ ਕਿ ਸਾਨੂੰ ਕੁਝ ਪਸੰਦ ਨਹੀਂ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਪਰਮੇਸ਼ਵਰ ਦੇ ਸੋਚਣ ਦਾ ਤਰੀਕਾ ਮਨੁੱਖਾਂ ਨਾਲੋਂ ਵੱਖਰਾ ਹੈ। ਇਸ ਲਈ ਸਾਨੂੰ ਹਮੇਸ਼ਾ ਪਰਮੇਸ਼ਵਰ ਦੇ ਕੰਮਾਂ ਨੂੰ ਉਸੇ ਤਰ੍ਹਾਂ ਪੂਰਾ ਕਰਨਾ ਚਾਹੀਦਾ ਹੈ ਜਿਵੇਂ ਪਰਮੇਸ਼ਵਰ ਸਾਨੂੰ ਕਰਨ ਦਾ ਹੁਕਮ ਦਿੰਦੇ ਹਨ। ਰਸੂਲਾਂ ਦੇ ਕਰਤੱਵ ਅਧਿਆਇ 5 ਵਿੱਚ ਇਹ ਲਿਖਿਆ ਹੈ, ਪਰ ਜੇ ਪਰਮੇਸ਼ਵਰ ਦੀ ਵੱਲੋਂ ਹੈ ਤਾਂ ਤੁਸੀਂ ਉਹਨਾਂ ਨੂੰ ਨਸ਼ਟ ਨਹੀਂ ਕਰ ਸਕੋਗੇ, ਪਰ ਇਹ ਜ਼ਰੂਰ ਪੂਰਾ ਹੋਵੇਗਾ।
ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਅਸੀਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਸ਼ਖਬਰੀ ਨੂੰ ਪੂਰਾ ਕਰਾਂਗੇ। ਜਦੋਂ ਅਸੀਂ ਕਾਨਾ ਵਿੱਚ ਉਹਨਾਂ ਟਹਿਲੂਆਂ ਬਾਰੇ ਸੋਚਦੇ ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ, ਪਤਰਸ ਜਿਸ ਨੇ ਯੀਸ਼ੂ ਦੇ ਹੁਕਮ ਦਾ ਪਾਲਨ ਕੀਤਾ, ਅਤੇ ਨਮਾਨ ਦਾ ਚਮਤਕਾਰ ਜੋ ਜਰਦਨ ਵਿੱਚ ਹੋਇਆ, ਤਦ ਉਹ ਸਾਰੇ ਪਰਮੇਸ਼ਵਰ ਦੇ ਦੂਤ ਦੇ ਕੰਮ ਨੂੰ ਪੂਰਾ ਕਰਨ ਨਾਲ ਸੰਬੰਧਿਤ ਸੀ। ਜਦੋਂ ਅਸੀਂ ਖੁਸ਼ਖਬਰੀ ਦਾ ਇਹ ਕੰਮ ਕਰਦੇ ਹਾਂ ਤਦ ਸਾਡੇ ਮਨ ਵਿੱਚ ਕਈ ਵਾਰ ਨਮਾਨ ਵਾਂਗ ਗਲਤ ਵਿਚਾਰ ਆਉਂਦੇ ਹਨ। ਜਦੋਂ ਅਸੀਂ ਇਹ ਸੋਚਦੇ ਹੋਏ ਆਤਮ ਕੇਂਦਰਿਤ ਹੁੰਦੇ ਹਾਂ, ਮੇਰੇ ਕੋਲ ਉੱਚਾ ਅਹੁਦਾ ਹੈ, ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਵੇਂ ਕਰ ਸਕਦੇ ਹਨ, ਤਦ ਅਸੀਂ ਪਰਮੇਸ਼ਵਰ ਦੇ ਚਮਤਕਾਰੀ ਕੰਮ ਦਾ ਅਨੁਭਵ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਸਾਨੂੰ ਜੋ ਕੰਮ ਸੌਂਪਿਆ ਹੈ ਉਹ ਬਹੁਤ ਸਰਲ ਅਤੇ ਸਧਾਰਨ ਹੈ। ਉਹਨਾਂ ਨੇ ਕਿਹਾ, ਜਾਓ ਅਤੇ ਵਚਨ ਨੂੰ ਸੁਣਾਓ। ਜਦੋਂ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਕਰਦੇ ਹਾਂ ਤਦ ਪਰਮੇਸ਼ਵਰ ਸਾਡੇ ਦੁਆਰਾ ਸੁਣਾਏ ਗਏ ਵਚਨਾਂ ਦੁਆਰਾ ਬਦਲਾਵ ਲਿਆਉਂਦੇ ਹਨ। ਯਰਦਨ ਨਦੀ ਵਿੱਚ ਕੋੜ ਨੂੰ ਠੀਕ ਕਰਨ ਦੀ ਕੋਈ ਸ਼ਕਤੀ ਨਹੀਂ ਸੀ। ਪਰਮੇਸ਼ਵਰ ਨੇ ਇਸ ਨੂੰ ਇਸ ਲਈ ਬਣਾਇਆ ਤਾਂ ਜੋ ਸਿਰਫ ਨਮਾਨ ਲਈ ਇੱਕ ਵਿਸ਼ੇਸ਼ ਪਰਿਵਰਤਨ ਹੋਵੇ। ਕੀ ਹੁਣ ਅਸੀਂ ਸਾਰੇ ਖੁਸ਼ਖਬਰੀ ਲਈ ਪਰਮੇਸ਼ਵਰ ਦੇ ਦੂਤ ਦੇ ਕੰਮ ਨੂੰ ਨਹੀਂ ਕਰ ਰਹੇ? ਆਓ ਦੂਸਰਾ ਤਿਮੋਥਿਉਸ ਅਧਿਆਇ 4 ਵਿੱਚ ਜਾ ਕੇ ਦੇਖੀਏ ਕਿ ਪਰਮੇਸ਼ਵਰ ਨੇ ਸਾਨੂੰ ਇਸ ਦੂਤ ਦੇ ਕੰਮ ਨੂੰ ਕਰਦੇ ਸਮੇਂ ਕਿਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਲਈ ਕਿਹਾ ਹੈ। ਆਓ ਅਸੀਂ ਦੂਸਰਾ ਤਿਮੋਥਿਉਸ ਅਧਿਆਇ 4 ਵਚਨ 1 ਵਿੱਚ ਪਰਮੇਸ਼ਵਰ ਦੇ ਵਚਨ ਵੇਖੀਏ। ਮੈਂ ਪਰਮੇਸ਼ਵਰ ਅਤੇ ਮਸੀਹ ਯੀਸ਼ੂ ਨੂੰ ਜਿਹੜਾ ਜਿਉਂਦਿਆਂ ਅਤੇ ਮੋਇਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹਦੇ ਪ੍ਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਾਕੀਦ ਕਰਦਾ ਹਾਂ। ਬਾਈਬਲ ਦੀਆਂ 66 ਕਿਤਾਬਾਂ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋਏ ਨਬੀਆਂ ਦੁਆਰਾ ਲਿਖੇ ਗਏ ਪਰਮੇਸ਼ਵਰ ਦੇ ਪਵਿੱਤਰ ਵਚਨ ਹਨ। ਹਾਲਾਂਕਿ ਇਹ ਵਚਨ ਵੱਖ-ਵੱਖ ਨਬੀਆਂ ਦੁਆਰਾ ਲਿਖੇ ਗਏ ਹਨ, ਪਰ ਅਸਲ ਵਿੱਚ ਇਹ ਕਿਸ ਦੇ ਵਚਨ ਹਨ? ਇਹ ਪਰਮੇਸ਼ਵਰ ਦੁਆਰਾ ਦਿੱਤੇ ਗਏ ਵਚਨ ਹਨ। ਜਿਸ ਤਰ੍ਹਾਂ ਪਰਮੇਸ਼ਵਰ ਨੇ ਕਾਨਾ ਵਿੱਚ ਟਹਿਲੂਆਂ ਨੂੰ ਪੱਥਰ ਦੇ ਮੱਟਾਂ ਨੂੰ ਜਲ ਨਾਲ ਭਰਨ ਲਈ ਕਹਿੰਦੇ ਹੋਏ ਇੱਕ ਕੰਮ ਦਿੱਤਾ ਸੀ, ਉਸੇ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਇਹ ਕਹਿੰਦੇ ਹੋਏ ਇੱਕ ਦੂਤ ਕੰਮ ਦਿੱਤਾ ਹੈ ਕਿ ਬਚਨ ਦਾ ਪ੍ਰਚਾਰ ਕਰੋ। ਇਸ ਤਰ੍ਹਾਂ ਸਾਨੂੰ ਸਿਰਫ ਉਸ ਦੂਤ ਦੇ ਕੰਮ ਨੂੰ ਉਸੇ ਤਰ੍ਹਾਂ ਕਰਨ ਦੀ ਜ਼ਰੂਰਤ ਹੈ ਜਿਵੇਂ ਉਹ ਸਾਨੂੰ ਦਿੱਤਾ ਗਿਆ ਹੈ। ਅਸੀਂ ਦੂਜਿਆਂ ਨੂੰ ਆਪਣੀ ਸਮਰੱਥਾ ਦਿਖਾਉਣ ਦੇ ਉਦੇਸ਼ ਤੋਂ ਬਾਹਰ ਨਹੀਂ ਜਾ ਰਹੇ। ਕੀ ਇਹ ਸਹੀ ਨਹੀਂ ਹੈ? ਜਦੋਂ ਯੀਸ਼ੂ ਨੇ ਕਾਨਾ ਵਿੱਚ ਟਹਿਲੂਆਂ ਨੂੰ ਇੱਕ ਦੂਤ ਦਾ ਕੰਮ ਦਿੱਤਾ ਸੀ, ਤਦ ਕੀ ਉਹਨਾਂ ਨੇ ਆਪਣੀ ਸ਼ਕਤੀ ਨਾਲ ਦਾਖਰਸ ਬਣਾਉਣ ਦਾ ਹੁਕਮ ਦਿੱਤਾ ਸੀ? ਉਹਨਾਂ ਨੇ ਉਹਨਾਂ ਨੂੰ ਸਿਰਫ ਮੱਟਾਂ ਵਿੱਚ ਜਲ ਭਰਨ ਲਈ ਕਿਹਾ ਸੀ। ਇਸ ਦੇ ਦੁਆਰਾ ਉਹਨਾਂ ਦਾ ਮਤਲਬ ਸੀ, ਬਾਕੀ ਮੈਂ ਕਰਾਂਗਾ। ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਆਓ ਅਸੀਂ ਫਿਰ ਤੋਂ ਵਚਨ 2 ਨੂੰ ਵੇਖੀਏ। ਭਾਈ ਤੂੰ ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹਿ, ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਤਾਕੀਦ ਕਰ। ਸਾਨੂੰ ਸਭ ਤਰ੍ਹਾਂ ਦੇ ਧੀਰਜ ਅਤੇ ਸਿੱਖਿਆ ਨਾਲ ਵਚਨ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਪਰਮੇਸ਼ਵਰ ਦੇ ਵਚਨਾਂ ਰਾਹੀਂ ਝਿੜਕਣ, ਡਾਂਟਣ ਅਤੇ ਸਮਝਾਉਣ ਦੀ ਲੋੜ ਹੈ। ਵਚਨ 3, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ। ਪਰ ਤੂੰ ਸਭਨੀ ਗੱਲੀ ਸੁਚੇਤ ਰਹੀਂ, ਦੁੱਖ ਝੱਲੀ ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਈ ਨੂੰ ਪੂਰਿਆ ਕਰੀ। ਇੱਥੇ ਇਹ ਪਰਮੇਸ਼ਵਰ ਹਨ ਜੋ ਸਾਨੂੰ ਸਾਰਿਆਂ ਨੂੰ ਇਸ ਦੂਤ ਦਾ ਕੰਮ ਕਰਨ ਲਈ ਕਹਿ ਰਹੇ ਹਨ। ਨੂਹ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਨੂਹ ਨੂੰ ਵੀ ਇੱਕ ਦੂਤ ਦਾ ਕੰਮ ਦਿੱਤਾ ਸੀ। ਉਹ ਜਹਾਜ਼ ਦਾ ਨਿਰਮਾਣ ਕਰਨਾ ਸੀ। ਜਦੋਂ ਨੂਹ ਨੇ ਇਹ ਮਿਸ਼ਨ ਹਾਸਿਲ ਕੀਤਾ ਤਦ ਉਸ ਨੇ ਆਪਣੇ ਵਿਚਾਰ ਨਹੀਂ ਜੋੜੇ। ਕਿੰਨਾ ਖਰਚਾ ਹੋਵੇਗਾ? ਕਿੰਨੇ ਸੇਵਕ ਹੋਣੇ ਚਾਹੀਦੇ ਹਨ? ਕਿੰਨਾ ਸਮਾਂ ਲੱਗੇਗਾ? ਇਸ ਦੀ ਬਜਾਏ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਬਣਾਉਣ ਲਈ ਕਿਹਾ ਸੀ, ਉਸ ਲਈ ਉਸਨੇ ਬਸ ਇਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਉਸਨੇ ਠੀਕ ਉਸੇ ਤਰ੍ਹਾਂ ਦੂਤ ਦਾ ਕੰਮ ਕੀਤਾ ਜਿਵੇਂ ਪਰਮੇਸ਼ਵਰ ਨੇ ਇਸ ਦੀ ਯੋਜਨਾ ਬਣਾਈ ਸੀ। ਆਖਿਰਕਾਰ ਸਭ ਕੁਝ ਪੂਰਾ ਹੋ ਜਾਣ ਤੋਂ ਬਾਅਦ ਬਾਈਬਲ ਨੇ ਦਰਜ ਕੀਤਾ ਕਿ ਪਰਮੇਸ਼ਵਰ ਦੇ ਇਸ ਹੁਕਮ ਅਨੁਸਾਰ ਨੂਹ ਨੇ ਕੀਤਾ। ਆਗਿਆਕਾਰੀਤਾ ਦੇ ਨਤੀਜੇ ਵਜੋਂ ਨੂਹ ਨੇ ਆਪਣੇ ਪਰਿਵਾਰ ਅਤੇ ਉਹਨਾਂ ਸਾਰਿਆਂ ਜਾਨਵਰਾਂ ਨੂੰ ਬਚਾਉਣ ਵਿੱਚ ਇੱਕ ਭੂਮਿਕਾ ਨਿਭਾਈ ਜੋ ਜਹਾਜ਼ ਵਿੱਚ ਸੀ। ਜਦੋਂ ਨੂਹ ਨੇ ਜਹਾਜ਼ ਬਣਾਇਆ
ਤਦ ਉਸਨੇ ਇਹ ਨਹੀਂ ਸੋਚਿਆ ਕਿ ਉਸ ਨੂੰ ਮਨੁੱਖ ਜਾਤੀ ਨੂੰ ਕਿਵੇਂ ਬਚਾਉਣਾ ਚਾਹੀਦਾ ਹੈ। ਇਸ ਦੀ ਬਜਾਏ ਉਸਨੇ ਉਹ ਦੂਤ ਦਾ ਕੰਮ ਕੀਤਾ ਜੋ ਪਰਮੇਸ਼ਵਰ ਨੇ ਉਸ ਨੂੰ ਕਰਨ ਲਈ ਕਿਹਾ ਸੀ। ਭਾਵੇਂ ਜਹਾਜ਼ ਵਿੱਚ ਮਸਤੂਲ ਜਾਂ ਪਤਵਾਰ ਨਹੀਂ ਸੀ, ਪਰ ਪਰਮੇਸ਼ਵਰ ਨੇ ਜਹਾਜ਼ ਨੂੰ ਜਲ ਪਰਲੋ ਵਿਚਕਾਰ ਟੁੱਟਣ ਨਹੀਂ ਦਿੱਤਾ। ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਜਹਾਜ਼ ਦੀ ਅਗਵਾਈ ਕੀਤੀ ਤਾਂ ਜੋ ਉਸ ਦੀ ਅੰਤਿਮ ਮੰਜ਼ਿਲ ਉੱਚੀ ਥਾਂ ਉੱਤੇ ਹੋਵੇ, ਜੋ ਕਿ ਅਰਾਰਤ ਪਹਾੜ ਦੀ ਚੋਟੀ ਸੀ। ਖੁਸ਼ਖਬਰੀ ਦੇ ਕੰਮ ਨਾਲ ਵੀ ਅਜਿਹਾ ਹੈ, ਕਿਉਂਕਿ ਸਾਡੇ ਚਰਚ ਦੀ ਅਗਵਾਈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਕਰਦੇ ਹਨ। ਇਸ ਲਈ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਵੇਲੇ ਅਤੇ ਕੁਵੇਲੇ ਉਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ ਜੋ ਅਸੀਂ ਉਹਨਾਂ ਤੋਂ ਹਾਸਿਲ ਕੀਤਾ ਹੈ। ਉਹ ਸਾਨੂੰ ਇਹ ਨਹੀਂ ਕਹਿ ਰਹੇ ਹਨ ਕਿ ਸਾਨੂੰ ਬਾਖੂਬੀ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਸੰਦੇਸ਼ ਨੂੰ ਉਸੇ ਤਰ੍ਹਾਂ ਸੁਣਾਉਂਦੇ ਹਾਂ ਜਿਵੇਂ ਅਸੀਂ ਸੁਣਿਆ ਹੈ, ਤਦ ਬਾਕੀ ਕੰਮ ਕੌਣ ਕਰੇਗਾ? ਉਹ ਪਰਮੇਸ਼ਵਰ ਹਨ ਜੋ ਸਭ ਕੁਝ ਪੂਰਾ ਕਰਨਗੇ। ਦਿਨ ਨਾਲ ਦਿਨ ਗੱਲਾਂ ਕਰਦਾ ਹੈ ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਉਹਨਾਂ ਦੀ ਨਾ ਕੋਈ ਬੋਲੀ ਹੈ, ਨਾ ਸ਼ਬਦ ਹਨ, ਨਾ ਉਹਨਾਂ ਦੀ ਆਵਾਜ਼ ਸੁਣੀ ਦੀ। ਸਾਰੀ ਧਰਤੀ ਵਿੱਚ ਉਹਨਾਂ ਦੀ ਤਾਰ ਪਹੁੰਚਦੀ ਹੈ ਅਤੇ ਕੀ ਹੋ ਗਿਆ ਹੈ? ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਬੋਲ। ਅਸੀਂ ਕਦੇ ਨਹੀਂ ਸਮਝ ਸਕਦੇ ਕਿ ਪਰਮੇਸ਼ਵਰ ਸਭ ਕੁਝ ਕਿਵੇਂ ਪੂਰਾ ਕਰਨਗੇ। ਆਓ ਅਸੀਂ ਹਿਜਕੀਏਲ ਅਧਿਆਇ 2 ਵਚਨ 3 ਦੇਖੀਏ। ਅਤੇ ਉਹਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲੀਆਂ ਦੇ ਕੋਲ ਅਥਵਾ ਉਹਨਾਂ ਆਕੀਆਂ ਕੌਮਾਂ ਨਾਲ ਜਿਹੜੀਆਂ ਮੇਰੇ ਵਿਰੁੱਧ ਆਕੀ ਹੋਈਆਂ ਘੱਲਦਾ ਹਾਂ। ਉਹ ਅਤੇ ਉਹਨਾਂ ਦੇ ਪਿਓ ਦਾਦੇ ਅੱਜ ਦੇ ਦਿਨ ਤੱਕ ਮੇਰੇ ਅਪਰਾਧੀ ਹੁੰਦੇ ਆਏ ਹਨ। ਬੱਚੇ ਢੀਠ ਅਤੇ ਪੱਥਰ ਦਿਲ ਹਨ। ਮੈਂ ਤੈਨੂੰ ਉਹਨਾਂ ਦੇ ਕੋਲ ਘੱਲ ਰਿਹਾ ਹਾਂ। ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਸੋ ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਤਾਂ ਇੱਕ ਆਕੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਹੋਇਆ ਹੈ। ਅਤੇ ਤੂੰ ਹੇ ਆਦਮੀ ਦੇ ਪੁੱਤਰ, ਤੂੰ ਉਹਨਾਂ ਕੋਲੋਂ ਭੈ ਨਾ ਖਾਈ ਅਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ। ਭਾਵੇਂ ਤੇਰੇ ਨਾਲ ਝਾੜੀਆਂ ਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈ, ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਾਬਰ, ਕਿਉਂ ਜੋ ਉਹ ਇੱਕ ਆਕੀ ਘਰਾਣਾ ਹੈ। ਅਤੇ ਤੂੰ ਮੇਰੀਆਂ ਗੱਲਾਂ ਉਹਨਾਂ ਨੂੰ ਬੋਲ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਆਕੀ ਹਨ। ਪਰਮੇਸ਼ਵਰ ਨੇ ਕਿਹਾ, ਉਹਨਾਂ ਤੋਂ ਨਾ ਡਰੋ, ਪਰ ਜਾ ਕੇ ਉਹ ਸਾਰੀਆਂ ਗੱਲਾਂ ਸੁਣਾਓ ਜੋ ਮੈਂ ਉਹਨਾਂ ਨੂੰ ਕਹਿਣ ਜਾ ਰਿਹਾ ਸੀ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਭਾਵੇਂ ਅਸੀਂ ਸਿਰਫ ਉਹਨਾਂ ਦੇ ਵਚਨਾਂ ਨੂੰ ਸੁਣਾਇਆ ਹੈ, ਤਦ ਉਹ ਪਰਮੇਸ਼ਵਰ ਹਨ ਜੋ ਉਸ ਸਮੇਂ ਤੋਂ ਬਾਕੀ ਸਭ ਕੁਝ ਕਰਨਗੇ। ਅਸੀਂ ਸੋਚ ਸਕਦੇ ਹਾਂ, ਜਦੋਂ ਮੈਂ ਪ੍ਰਚਾਰ ਕਰਦਾ ਹਾਂ ਤਦ ਮੈਂ ਕੁਝ ਪੈਦਾ ਕਰਨਾ ਹੈ ਅਤੇ ਮੈਂ ਕੁਝ ਕਰਨਾ ਹੈ ਅਤੇ ਮੈਂ ਕੁਝ ਫਿਰ ਤੋਂ ਬਣਾਉਣਾ ਹੈ। ਪਰਮੇਸ਼ਵਰ ਨੇ ਸਾਨੂੰ ਉਹ ਭੂਮਿਕਾ ਨਹੀਂ ਸੌਂਪੀ ਹੈ। ਸਾਨੂੰ ਕਾਨਾਂ ਵਿੱਚ ਉਹਨਾਂ ਟੈਲੂਆਂ ਵਾਂਗ ਜਿਨ੍ਹਾਂ ਨੂੰ ਮੱਟਾਂ ਵਿੱਚ ਜਲ ਭਰਨ ਲਈ ਕਿਹਾ ਗਿਆ ਸੀ, ਇੱਕ ਸਧਾਰਨ ਦੂਤ ਦਾ ਕੰਮ ਸੌਂਪਿਆ ਗਿਆ ਹੈ। ਉਸ ਤੋਂ ਬਾਅਦ ਪਰਮੇਸ਼ਵਰ ਆਪਣੇ ਕੰਮ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਕਰਦੇ ਹੋਏ ਕੰਮ ਸੰਭਾਲਦੇ ਹਨ। ਇਸ ਦੁਨੀਆ ਵਿੱਚ ਇੰਨੇ ਸਾਰੇ ਲੋਕਾਂ ਵਿੱਚੋਂ ਸਾਨੂੰ ਇਸ ਸ਼ਾਨਦਾਰ ਕੰਮ ਨੂੰ ਕਰਨ ਦਾ ਮਿਸ਼ਨ ਦਿੱਤਾ ਗਿਆ ਹੈ। ਇਸ ਨੂੰ ਯਾਦ ਕਰਦੇ ਹੋਏ ਅਸੀਂ ਆਪਣੇ ਸਵਰਗੀ ਪਿਤਾ ਅਤੇ ਮਾਤਾ ਨੂੰ ਸਦੀਪਕ ਧੰਨਵਾਦ ਅਤੇ ਵਡਿਆਈ ਦਿੰਦੇ ਹਾਂ, ਕਿਉਂਕਿ ਇਹ ਖੁਸ਼ਖਬਰੀ ਪੱਕੇ ਤੌਰ ਤੇ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕ ਪ੍ਰਚਾਰ ਕੀਤੀ ਜਾਏਗੀ। ਸਾਨੂੰ ਇਹ ਖੁਸ਼ਖਬਰੀ ਸੌਂਪੀ ਗਈ ਹੈ ਜੋ ਪੱਕੇ ਤੌਰ ਤੇ 100% ਸੰਪੂਰਨ ਹੋਵੇਗੀ। ਇਸ ਲਈ ਪਰਮੇਸ਼ਵਰ ਨੇ ਸਾਨੂੰ ਵੇਲੇ ਅਤੇ ਕੁਵੇਲੇ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਹੈ, ਭਾਵੇਂ ਉਹ ਸੁਣਨ ਜਾਂ ਨਾ ਸੁਣਨ। ਫਿਰ ਕੁਝ ਸਮੇਂ ਬਾਅਦ ਕਿਸੇ ਹਾਲਾਤਾਂ ਵਿੱਚ ਪਰਮੇਸ਼ਵਰ ਨਿਸ਼ਚਿਤ ਤੌਰ ਤੇ ਉਹਨਾਂ ਨੂੰ ਯਾਦ ਕਰਵਾਉਣਗੇ ਕਿ ਉਹਨਾਂ ਨੇ ਪਹਿਲਾਂ ਕੀ ਸੁਣਿਆ ਸੀ, ਤਾਂ ਜੋ ਉਹ ਪਰਮੇਸ਼ਵਰ ਨੂੰ ਲੱਭ ਸਕਣ। ਜਦੋਂ ਇਸ ਯੁੱਗ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦੀਆਂ ਉਦਾਹਰਨਾਂ ਅਸਲ ਵਿੱਚ ਹੋ ਰਹੀਆਂ ਹਨ ਅਤੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਆਓ ਮਰਕੁਸ ਅਧਿਆਇ 16 ਦੇ ਇੱਕ ਹੋਰ ਵਚਨ ਉੱਤੇ ਇੱਕ ਨਜ਼ਰ ਪਾਈਏ। ਅਧਿਆਇ 16 ਵਚਨ 15। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਇਹੀ ਉਹ ਦੂਤ ਦਾ ਕੰਮ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਆਓ ਇੱਕ ਵਾਰ ਫਿਰ ਮਰਕੁਸ ਅਧਿਆਇ 16 ਵਚਨ 15 ਉੱਤੇ ਇੱਕ ਨਜ਼ਰ ਪਾਈਏ।
ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੋ ਉਹ ਮੇਰੇ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ, ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਫਿਰ ਪ੍ਰਭੂ ਯੀਸ਼ੂ ਉਹਨਾਂ ਨਾਲ ਬਚਨ ਕਰ ਹਟਿਆ, ਆਕਾਸ਼ ਉੱਤੇ ਉਠਾ ਲਿਆ ਗਿਆ ਅਤੇ ਪਰਮੇਸ਼ਵਰ ਦੇ ਸੱਜੇ ਹੱਥ ਜਾ ਬੈਠਾ। ਅਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਔਰ ਬਚਨ ਨੂੰ ਉਹਨਾਂ ਨਿਸ਼ਾਨੀਆਂ ਦੇ ਰਾਹੀਂ ਜਿਹੜੇ ਨਾਲ ਹੁੰਦੇ ਸਨ ਸਾਬਤ ਕਰਦਾ ਸੀ। ਸਾਡੇ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕੁਝ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਨੂੰ ਖੁਸ਼ਖਬਰੀ ਨੂੰ ਪੂਰਾ ਕਰਨਾ ਮੁਸ਼ਕਲ ਅਤੇ ਡਰਾਉਣ ਵਾਲਾ ਲੱਗਦਾ ਹੈ, ਕਿਉਂਕਿ ਉਹ ਚੀਜ਼ਾਂ ਨੂੰ ਘੱਟ ਕਰਨ ਲਈ ਦਬਾਅ ਮਹਿਸੂਸ ਕਰਦੇ ਹਨ। ਸਾਡੀ ਭੂਮਿਕਾ ਓਨੀ ਹੀ ਆਸਾਨ ਅਤੇ ਸੌਖੀ ਹੈ ਜਿੰਨੀ ਕਾਨਾਂ ਦੇ ਟੈਲੂਆਂ ਨੂੰ ਸੌਂਪੀ ਗਈ ਹੈ। ਜਦੋਂ ਉਹ ਸੋਚਦੇ ਹਨ ਮੈਂ ਇਹ ਅਤੇ ਉਹ ਕਰਨਾ ਹੈ, ਤਦ ਇਹ ਮੁਸ਼ਕਿਲ ਲੱਗਦਾ ਹੈ। ਫਿਰ ਵੀ ਪਰਮੇਸ਼ਵਰ ਉਹ ਹਨ ਜੋ ਸਭ ਕੁਝ ਪੂਰਾ ਕਰਦੇ ਹਨ। ਇਹ ਆਸ ਕਰਦੇ ਹੋਏ ਕਿ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਜਲਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਤਾਂ ਜੋ ਅਸੀਂ ਸਾਰੇ ਇਸ ਸਾਲ ਸਦੀਪਕ ਸਵਰਗ ਦਾ ਰਾਜ ਪ੍ਰਾਪਤ ਕਰ ਸਕੀਏ। ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।